गुर जैसा नाही को देव, जिस मस्तक पाग सो लागा सेव। सतगुर मेरा बेमोहताज, सतगुर मेरे सच्चा साज। सतगुर मेरा सबस का दाता, सतगुर मेरा पुरख विधाता। सतगुर मेरा सर्व प्रतिपालै, सतगुर मेरा मार जीवालै। गुर जैसा नाही को देव, जिस मस्तक पाग सो लागा सेव। सतगुर मेरे की वड्याई, प्रगट पई है सबनी थाई। सतगुर मेरा ताण निताण, सतगुर मेरा कर दीवान। सतगुर कहूँ सद बल जाया, प्रगट मार्ग जिन कर दिखलाया। गुर जैसा नाही को देव, जिस मस्तक पाग सो लागा सेव। जिन गुर सेव्या तिस पौ ना व्यापै, जिन गुर सेव्या तिस दुख ना संतापै। नानक सो दे सिमरत वेद, पार ब्रह्म गुर नाही भेद। नानक सो दे सिमरत वेद, पार ब्रह्म गुर नाही भेद। गुर जैसा नाही को देव, जिस मस्तक पाग सो लागा सेव। जिस मस्तक पाग सो लागा सेव। 12 ਮਹਾ ਮਾਝ ਮਹਲਾ ਪੰਜਵਾਂ ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਚਾਰ ਕੁੰਟ ਦਹਿ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ। ਸਤਿਗੁਰਾਂ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰ ਦੇ ਖਤਵੰਤੇ ਪਤਵੰਤੇ ਸੱਜਣੋ, ਆਪ ਜੀ ਦੇ ਨਾਲ ਵਿਚਾਰ ਸਾਂਝੀ ਸ਼ੁਰੂ ਕਰਨੀ ਹੈ ਅੱਜ 12 ਮਹਾ ਮਾਝ ਦੀ। ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਇਹ ਰਚਨਾ ਸਾਨੂੰ ਬਖਸ਼ਿਸ਼ ਹੋਈ ਹੈ। ਉਹਨਾਂ ਦੀ ਇਹ ਬਾਣੀ ਆਪਾਂ ਪੜ੍ਹਦੇ ਹੁੰਦੇ ਜਦੋਂ ਵੀ ਸੰਗਰਾਂਦ ਆਉਂਦੀ ਹੈ। ਮਹੀਨਿਆਂ ਦੀ ਪ੍ਰਥਾ ਹੈ, ਉਹਨਾਂ ਨੇ ਇਹ ਸਾਨੂੰ ਬਖਸ਼ਿਸ਼ ਕਰੀ ਹੈ ਵੀ ਕਿਹੜੇ ਮਹੀਨੇ ਵਿੱਚ ਕਿਆ ਕਿਆ ਹੁੰਦਾ, ਜੋ ਸੰਸਾਰ 'ਚ ਹੁੰਦਾ ਉਹਨੂੰ ਪਰਮਾਰਥ ਵਿੱਚ ਲਗਾਇਆ ਗਿਆ। ਪਾਤਸ਼ਾਹ ਫਰਮਾਉਂਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਸਾਧ ਸੰਗਤ ਜੀ, ਉਹ ਆਪਣੀ ਤੁੱਛ ਬੁੱਧੀ ਹੈ, ਬਰਦਾਸ਼ਤ ਕਰਿਓ ਬਾਤ ਨੂੰ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਅਸੀਂ ਆਪਣੇ ਕਿਰਤ ਕਰਮ ਕਰਕੇ ਜੋ ਪਿੱਛੇ ਕਰਦੇ ਆਏ ਹਾਂ, ਜਿਹਦੇ ਮੁਤਾਬਕ ਸਾਨੂੰ ਫਿਰ ਇਹ ਮਨੁੱਖਾ ਜਨਮ ਮਿਲਿਆ ਹੈ, ਉਹਦੇ ਕਰਕੇ ਵਿਛੜੇ ਹੋਏ ਹਾਂ ਰੱਬ ਤੋਂ। ਇਹ ਵਾਹਿਗੁਰੂ ਜੀਓ, ਕਿਰਪਾ ਕਰੋ ਸਾਨੂੰ ਆਪਣੇ ਨਾਲ ਮਿਲਾ ਲਓ। ਚਾਰ ਕੁੰਟ ਦਹਿ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ। ਚਾਰੇ ਦਿਸ਼ਾਵਾਂ 'ਚ
ਔਰ ਦਸੇ ਦਿਸ਼ਾਂ 'ਚ। ਕੁੰਟ ਵੈਸੇ ਕਾਰਨਰ ਨੂੰ ਕਹਿੰਦੇ, ਚਾਰੇ ਕੋਣਿਆਂ 'ਚ ਦਸੇ ਦਿਸ਼ਾਵਾਂ 'ਚ। 10 ਦਿਸ਼ਾਵਾਂ ਕਿਹੜੀਆਂ ਹੁੰਦੀਆਂ? 4 ਦਾ ਆਪਾਂ ਨੂੰ ਪਤਾ, ਉੱਤਰ ਪੱਛਮ ਪੂਰਬ ਦੱਖਣ। ਪੂਰਬ ਪੱਛਮ ਉੱਤਰ ਦੱਖਣ ਕਹਿ ਲਓ। ਇਹਨਾਂ ਦੋਹਾਂ ਚਾਰਾਂ ਦੇ ਵਿਚਾਲੇ ਜਿਹੜੀ ਇੱਕ ਤਿਰਛੀ ਦਿਸ਼ਾ ਹੁੰਦੀ ਹੈ, 4 ਉਹ ਹੋ ਗਈਆਂ। ਇੱਕ ਉੱਪਰਲੀ ਇੱਕ ਹੇਠਲੀ, ਇਹ 10 ਦਿਸ਼ਾ ਬਣ ਜਾਂਦੀਆਂ। ਸਭ ਜਗ੍ਹਾ ਘੁੰਮ ਕੇ ਆ ਗਏ ਵਾਹਿਗੁਰੂ ਜੀਓ, ਹੁਣ ਤੇਰੀ ਸ਼ਰਨ ਵਿੱਚ ਆਏ ਹਾਂ ਥੱਕ ਕੇ, ਕਿਰਪਾ ਕਰ ਦੇ। ਧੇਨ ਦੁੱਧੈ ਤੇ ਬਾਰੀ ਕਿਤੇ ਨਾ ਆਵੇ ਕਾਂ। ਜਿਹੜੀ ਗਊ ਦੁੱਧ ਨਹੀਂ ਦਿੰਦੀ ਉਹ ਕੋਈ ਕੰਮ ਦੀ ਨਹੀਂ ਹੁੰਦੀ, ਲੋਕ ਛੱਡ ਦਿੰਦੇ ਉਹਨੂੰ। ਇਸ ਤਰ੍ਹਾਂ ਸ਼ਹਿਰਾਂ ਦੇ ਵਿੱਚ ਅਕਸਰ ਦੇਖੀ ਦੀਆਂ ਗਊਆਂ ਫਿਰਦੀਆਂ। ਜਲ ਬਿਨ ਸਾਖ ਕੋ ਮਿਲਾਵਟੀ ਉਪਜੇ ਨਾਹੀ ਦਾ। ਜਿਹੜੀ ਫਸਲ ਹੈ ਜਾਂ ਕੋਈ ਵੀ ਦਰਖਤ ਹੈ, ਪਾਣੀ ਤੋਂ ਬਿਨਾਂ ਉਹ ਕੁਮਲਾ ਜਾਂਦਾ ਹੈ, ਫਿਰ ਉਹਦਾ ਕੋਈ ਪੈਸਾ ਨਹੀਂ ਮਿਲਦਾ ਹੈ, ਕਿਉਂਕਿ ਖੜੀ ਉਹ ਸੁੱਕ ਜਾਂਦੀ ਹੈ ਫਸਲ, ਦਾਣਾ ਹੀ ਨਹੀਂ ਪੈਂਦਾ ਉਹਦੇ 'ਚ, ਕੰਨ ਨਹੀਂ ਪੈਂਦਾ। ਦਾਮ ਪੈਸੇ ਨੂੰ ਕਹਿੰਦੇ, ਉਹਦਾ ਕੋਈ ਪੈਸਾ ਧੇਲਾ ਹੱਥ 'ਚ ਨਹੀਂ ਆਉਂਦਾ। ਫਿਰ ਹਰ ਨਾਹ ਨਾ ਮਿਲੀਏ ਸਾਜਨਾ ਕਤ ਪਾਈਏ ਬਿਸਰਾ। ਜਿੰਨਾ ਚਿਰ ਪ੍ਰਭੂ ਨਾਹ, ਸਾਡਾ ਨਾਹ ਵੈਸੇ ਕਹਿੰਦੇ ਆ ਪਤੀ ਨੂੰ। ਇਹ ਸ਼ਬਦ ਸਾਧ ਸੰਗਤ ਜੀ ਉੱਪਰ ਬਿੰਦੀ ਲਾ ਕੇ ਨਹੀਂ ਬੋਲਿਆ ਜਾਂਦਾ। ਨਾਹ ਨਹੀਂ ਕਹਿੰਦੇ ਇਹਨੂੰ, ਨਾਹ ਹੈ ਨਾਹ, ਨੰਨੇ ਨੂੰ ਕਰਨਾ ਹਾ ਨਾਹ। ਇਹ ਨਾਥ ਤੋਂ ਬਣਿਆ ਹੋਇਆ, ਨਾਥ ਮਾਲਕ ਨੂੰ ਕਹਿੰਦੇ ਆ। ਹਰੀ ਨਾਥ ਜਿੰਨਾ ਚਿਰ ਸਾਨੂੰ ਮਿਲਦਾ ਨਹੀਂ, ਸਾਨੂੰ ਕਿਵੇਂ ਚੈਨ ਆ ਸਕਦਾ? ਸਾਨੂੰ ਇਹਨਾਂ ਜੂਨੀਆਂ ਦੀ ਭਟਕਣਾ ਤੋਂ ਕਿਵੇਂ ਛੁਟਕਾਰਾ ਮਿਲ ਸਕਦਾ? ਕਤ ਮੈਨੇ ਕਿਵੇਂ, ਕਿੱਥੇ, ਕਿਵੇਂ ਛੁਟਕਾਰਾ ਮਿਲੇ ਸਾਨੂੰ? ਜਿਤ ਘਰ ਹਰ ਕੰਤ ਨਾ ਪ੍ਰਗਟਈ ਭੱਠ ਨਗਰ ਸੇ ਗ੍ਰਾਮ। ਜਿਹੜੇ ਘਰ ਦੇ ਵਿੱਚ ਹਰੀ ਕੰਤ ਸਾਡਾ ਪਤੀ ਪ੍ਰਗਟ ਨਹੀਂ ਹੈ, ਉਹ ਨਗਰ ਵੀ, ਉਹ ਗ੍ਰਾਮ ਵੀ ਭੱਠ ਹੈ, ਭੱਠੀਆਂ ਤਪਦੇ ਹਿਰਦੇ। ਐਂ ਕਹਿ ਲਓ ਵੀ ਉਹ ਭੱਠ ਪੈਣ, ਉਹ ਨਗਰ ਔਰ ਗ੍ਰਾਮ ਜਿਹੜੇ ਹਿਰਦੇ ਦੇ ਵਿੱਚ ਪਤੀ ਪ੍ਰਗਟ ਨਹੀਂ ਹੁੰਦਾ। ਸਰਵ ਸਿੰਗਾਰ ਤੰਬੋਲ ਰਸ। ਨਗਰ ਔਰ ਗ੍ਰਾਮ ਸਰੀਰ ਨੂੰ ਕਿਹਾ ਜਾਂਦਾ ਸਾਧ ਸੰਗਤ ਜੀ। ਸਰਵ ਸਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਂ। ਸਾਰੇ ਸ਼ਿੰਗਾਰ ਔਰ ਖਾਧੇ ਹੋਏ ਪਾਨ ਤੰਬੋਲੇ, ਮੂੰਹ ਨੂੰ ਲਾਲੀ, ਬੁੱਲਾਂ ਨੂੰ ਲਾਲੀ ਦੇਣ ਖਾਤਰ, ਸਣ ਦੇਹੀ ਸਭ ਖਾਂ, ਸਮੇਤ ਇਸ ਸਰੀਰ ਦੇ ਸਾਰੇ ਹੀ ਖਾਮ ਹੈ, ਨਾਸ਼ਵੰਤ ਹੈ, ਕੱਚੇ ਹੈ। ਔਰਤ ਰਝਾਉਂਦੀ ਹੈ ਆਪਣੇ ਪਤੀ ਨੂੰ ਸ਼ਿੰਗਾਰ ਕਰਕੇ, ਤੰਬੋਲਾ ਚੱਬ ਕੇ ਔਰ 16 ਸ਼ਿੰਗਾਰ ਕਰਕੇ। ਉਹ ਸਾਰੇ ਹੀ ਕੱਚੇ ਆ ਜਿੰਨਾ ਚਿਰ ਪਤੀ ਖੁਸ਼ ਨਹੀਂ ਹੁੰਦਾ। ਜੇ ਪਤੀ ਖੁਸ਼ ਹੋ ਗਿਆ ਤਾਂ ਇਹਨਾਂ ਨੂੰ ਕਰਨ ਦੀ ਲੋੜ ਨਹੀਂ ਰਹਿ ਜਾਂਦੀ। ਫਿਰ ਪ੍ਰਭ ਸੁਆਮੀ ਕੰਤ ਵਿਹੋਣੀਆਂ ਮੀਤ ਸੱਜਣ ਸਭ ਜਾਮ। ਜਿਹੜੀਆਂ ਬੀਬੀਆਂ ਕੰਤ ਤੋਂ ਬਿਨਾਂ ਹੈ, ਯਾਨੀ ਜਿਨ੍ਹਾਂ ਦਾ ਘਰ ਵਾਲਾ ਨਹੀਂ ਹੁੰਦਾ, ਉਹਨਾਂ ਵਾਸਤੇ ਮਿੱਤਰ ਸੱਜਣ ਸਭ ਜੰਮ ਲੱਗਦੇ, ਯਾਨੀ ਬੁਰੇ ਲੱਗਦੇ ਸਭ ਉਹਨਾਂ ਨੂੰ। ਹੁਣ ਸੁਆਮੀ ਕੰਤ ਵਿਹੂਣੀਆਂ ਕਿਹੜੀਆਂ ਹੋਈਆਂ? ਆਪਾਂ ਜਿਨ੍ਹਾਂ ਦੇ ਪਤੀ ਅੰਦਰ ਹਿਰਦੇ 'ਚ ਪ੍ਰਗਟ ਨਹੀਂ ਹੈ, ਜਿਨ੍ਹਾਂ ਦੇ ਨਾਮ ਪ੍ਰਗਟ ਨਹੀਂ ਹੈ, ਉਹਨਾਂ ਦੀ ਬਾਤ ਹੋ ਰਹੀ ਹੈ। ਗੱਲ ਬਾਹਰਲੀ ਕਰੀ ਜਾ ਰਹੀ ਹੈ, ਪਰ ਸਾਨੂੰ ਸਮਝਾ ਰਹੇ ਅੰਦਰ ਦੀ ਬਾਤ। ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾ। ਇਹ ਸ਼ਬਦ ਨੂੰ ਸਾਧ ਸੰਗਤ ਜੀ ਬੇਨੰਤੀਆਂ ਨਹੀਂ ਪੜ੍ਹਨਾ, ਬਿੰਦੀ ਲਾ ਕੇ ਆੜੇ ਕਰਨਾ ਉੱਪਰ। ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ। ਨਾਨਕ ਦੀ ਇਹ ਬੇਨਤੀ ਹੈ, ਪਾਤਸ਼ਾਹ ਫਰਮਾਉਂਦੇ ਪੰਚਮ, ਵੀ ਸਾਨੂੰ ਕਿਰਪਾ ਕਰਕੇ ਨਾਮ ਦੀ ਦਾਤ ਦੇ ਦਿਓ, ਬਖਸ਼ ਦਿਓ। ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਸ਼ਚਲ ਤਾਂ। ਸਾਨੂੰ ਆਪਣੇ ਆਪ ਨਾਲ ਮੇਲ ਲਓ, ਕਿਉਂਕਿ ਤੁਸੀਂ ਨਿਸ਼ਚਲ ਹੋ, ਤੁਹਾਡਾ ਧਾਮ ਨਿਸ਼ਚਲ ਹੈ। ਬਾਕੀ ਸਾਰੀ ਦੁਨੀਆ ਚਲਾਏਮਾਨ ਹੈ, ਅਸੀਂ ਵੀ ਚਲਾਏਮਾਨ ਹੈ। ਕਿੰਨੇ ਜਨਮਾਂ ਤੋਂ ਚੱਲਦੇ ਆ ਰਹੇ ਹਾਂ, ਯਾਤਰਾ 'ਤੇ ਚੜ੍ਹੇ ਹੋਏ ਹਾਂ। ਸਾਨੂੰ ਵੀ ਠਹਿਰਾਓ ਦੇ ਦਿਓ, ਆਪਣੇ ਨਾਲ ਮੇਲ। ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਕਣਾ। ਹੁਣ ਚੇਤ ਦੇ ਮਹੀਨੇ ਦੀ ਵਿਚਾਰ ਸ਼ੁਰੂ ਹੋ ਰਹੀ ਹੈ।
ਚੇਤ ਤੱਤੇ ਨੂੰ ਸਿਆਰੀ, ਚੇਤ ਦੇ ਮਹੀਨੇ ਵਿੱਚ ਗੋਬਿੰਦ ਨੂੰ ਆਰਾਧਨਾ ਕਰੋ ਭਾਈ, ਜਿਹਦੇ ਨਾਲ ਬਹੁਤ ਸਾਰਾ ਆਨੰਦ, ਘਣਾ ਆਨੰਦ ਪੈਦਾ ਹੁੰਦਾ। ਸੰਤ ਜਨਾਂ ਮਿਲ ਪਾਈਐ ਰਸਨਾ ਨਾਮ ਪਣ, ਸੰਤ ਜਨਾਂ ਨੂੰ ਮਿਲ ਕੇ ਪਰਮਾਤਮਾ ਪਾਇਆ ਜਾਂਦਾ, ਫਿਰ ਰਸਨਾ ਤੋਂ ਨਾਮ ਭਣਿਆ ਜਾਂਦਾ, ਬੋਲਿਆ ਜਾਂਦਾ। ਭਾਨਾ ਉਚਾਰਨ ਕਰਨ ਨੂੰ ਕਹਿੰਦੇ, ਜੀਭ ਨਾਲ ਉਚਾਰਨਾ। ਜਿਹੜੇ ਕਈ ਲੋਕ ਸਾਡੇ ਸਾਥੀ, ਸਿੱਖ ਸਾਥੀ ਵੀ ਹੈ, ਅਲਟਰਾ ਮਿਸ਼ਨਰੀ ਕਹਿ ਲਓ ਚਾਹੇ ਉਹਨਾਂ ਨੂੰ, ਉਹ ਕਹਿੰਦੇ ਜੀ ਨਾਮ ਉਚਾਰਨ ਦੀ ਲੋੜ ਨਹੀਂ ਹੈ। ਆ ਦੇਖ ਲਓ, ਬਾਰ-ਬਾਰ ਜ਼ਿਕਰ ਤਾਂ ਆ ਰਿਹਾ ਹੈ, ਰਸਨਾ ਨਾਮ ਪਣ, ਰਸਨਾ ਦੇ ਨਾਲ ਉਹਨੂੰ ਬੋਲਣਾ ਹੈ, ਉਹਦਾ ਨਾਮ ਜਪਣਾ ਹੈ, ਤਾਂ ਕਿ ਹਿਰਦੇ 'ਚ ਵੀ ਉਤਰੇ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣ, ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਪਾ ਲਿਆ ਉਹਨਾਂ ਦਾ ਹੀ ਉਰੇ ਆਉਣਾ ਸਫਲ ਹੈ, ਉਹੀ ਗਿਣੇ ਜਾਂਦੇ ਵਧੀਆ, ਦੂਜੇ ਨਹੀਂ, ਦੂਜੇ ਕਿਸੇ ਗਿਣਤੀ ਵਿੱਚ ਨਹੀਂ ਹੁੰਦੇ। ਇੱਕ ਖਿਨ ਤਿਸ ਬਿਨ ਜੀਵਨਾ ਬਿਰਥਾ ਜਨਮ ਜਨਮ, ਜੇ ਇੱਕ ਖਿਨ ਵੀ ਉਸ ਤੋਂ ਬਿਨਾਂ ਜੀਏ ਤਾਂ ਸਾਡਾ ਜਨਮ ਬਿਰਥਾ। ਹਰ ਪਲ ਉਹ ਯਾਦ ਰਹੇ। ਇਹ ਉਹ ਅਵਸਥਾ ਹੈ ਪਾਤਸ਼ਾਹਾਂ ਦੀ ਜਿਹੜੀ ਸਾਸ ਗਰਾਸ ਸਿਮਰਨ ਹੁੰਦਾ, ਸਾਰਾ ਸਰੀਰ ਅਰਾਧਾ ਜਿਹਦੇ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਮਨ, ਜਲ ਵਿੱਚ ਥਲ ਵਿੱਚ ਮਹੀਲ ਵਿਚਾਲੇ ਦੀ ਜਿਹੜੀ ਜਗ੍ਹਾ ਹੈ, ਇਹਨਾਂ ਦੇ ਵਿੱਚ ਉਹ ਪੂਰਿਆ ਹੋਇਆ, ਰਵਿਆ ਹੋਇਆ। ਸਾਰਿਆਂ ਬਣਾਂ ਦੇ ਵਿੱਚ, ਜੰਗਲਾਂ ਦੇ ਵਿੱਚ ਉਹ ਰਵਿਆ ਹੋਇਆ। ਇਸ ਕਰਕੇ ਉਹਨੂੰ ਆਪਾਂ ਯਾਦ ਕਰੀਏ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਮਨ, ਸੋ ਪ੍ਰਭ ਚਿਤ ਨਾ ਆਵਈ ਕਿਤੜਾ ਦੁੱਖ ਗਣ। ਕਿੰਨਾ ਦੁੱਖ ਗਿਣੀਏ ਜਿਹਨੂੰ ਚਿੱਤ ਨਹੀਂ ਆਉਂਦਾ ਪ੍ਰਭੂ। ਉਹ ਗੱਲ ਜੁਦੀ ਹੈ ਵੀ ਸਾਨੂੰ ਤਾਂ ਇਸ ਗੱਲ ਦਾ ਖਿਆਲ ਹੀ ਨਹੀਂ ਹੈ ਵੀ ਅਸੀਂ ਵੀ ਦੁੱਖੇ ਉਸ ਤੋਂ ਟੁੱਟੇ ਹੋਏ, ਉਹਨੂੰ ਕਦੇ ਯਾਦ ਹੀ ਨਹੀਂ ਕਰਦੇ। ਪਰ ਜਿਨ੍ਹਾਂ ਨੂੰ ਉਹ ਯਾਦ ਆਉਂਦਾ ਉਹਨਾਂ ਨੂੰ ਸਮਝ ਹੈ ਇਸ ਗੱਲ ਦੀ ਵੀ ਅਸੀਂ ਕਿੰਨੇ ਦੁੱਖ 'ਚ। ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਨ, ਜਿਨ੍ਹਾਂ ਨੇ ਉਸ ਪ੍ਰਭੂ ਨੂੰ ਰਾਵਿਆ, ਯਾਦ ਕਰਿਆ, ਪ੍ਰਗਟ ਕਰਿਆ, ਉਹਨਾਂ ਦੇ ਭਾਗ ਮਨਾ ਮੁਹੀ, ਬਹੁਤ ਚੰਗੇ ਭਾਗ ਹੈ, ਅਤੀ ਵਿਸ਼ਿਸ਼ਟ ਭਾਗ ਹੈ ਉਹਨਾਂ ਦੇ, ਜਿਨ੍ਹਾਂ ਨੇ ਉਹਨੂੰ ਯਾਦ ਕਰਿਆ। ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨ। ਇੱਥੇ ਫੇਰ ਕੱਕੇ ਪਰ ਟਿੱਪੀ ਆਈ ਹੈ, ਹਰ ਦਰਸ਼ਨ ਕਉ ਮਨ ਲੋਚਦਾ। ਸਾਧ ਸੰਗਤ ਜੀ, ਇਹ ਜਿਹੜਾ ਸ਼ਬਦ ਹੈ ਨਾ, ਭਾਰਾ ਕਰਕੇ ਬੋਲਣਾ, ਜਿਵੇਂ ਉੱਪਰ ਮਾਂਝ ਆਇਆ, ਹਾਲਾਂਕਿ ਸ਼ਬਦ ਮਾਝ ਹੈ, ਪਰ ਕਿਸੇ ਇਲਾਕੇ ਦੇ ਵਿੱਚ ਇਹ ਬਿੰਦੀ ਲਾ ਕੇ ਬੋਲਿਆ ਜਾਂਦਾ, ਮਾਂਝ ਭਾਰਾ ਕਰਕੇ। ਜਿਵੇਂ ਸਾਡੇ ਇਲਾਕੇ 'ਚ ਪੂਛ ਨੂੰ ਪੂਛ ਉੱਪਰ ਟਿੱਪੀ ਲਾ ਕੇ ਬੋਲਦੇ, ਇਹ ਡਾਇਲੈਕਟ ਦਾ ਫਰਕ ਹੈ, ਕਿਸੇ ਆਪਣੇ ਇਲਾਕੇ ਦੀ ਬੋਲੀ ਦਾ ਫਰਕ ਹੈ। ਸ਼ਬਦ ਵੈਸੇ ਕਉ ਹੈ, ਗੁਰਬਾਣੀ 'ਚ ਹਜ਼ਾਰਾਂ ਹੀ ਜਗ੍ਹਾ ਕਉਏ ਆਉਂਦਾ, ਪਰ ਕਿਤੇ ਕਿਤੇ 5-10 ਜਗ੍ਹਾ ਕਉ ਵੀ ਆਉਂਦਾ। ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨ। ਗੁਰੂ ਨਾਨਕ ਪੰਚਮ ਪਾਤਸ਼ਾਹ, ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹੈ ਵੀ ਸਾਡਾ ਮਨ ਪ੍ਰਭੂ ਦੇ ਦਰਸ਼ਨਾਂ ਨੂੰ ਲੋਚਦਾ ਹੈ, ਬਹੁਤ ਪਿਆਸ ਹੈ ਉਹਦੀ ਲੱਗੀ ਹੋਈ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗੈ। ਚੇਤ ਦੇ ਮਹੀਨੇ ਵਿੱਚ ਜੇ ਪ੍ਰਭੂ ਸਾਨੂੰ ਆਪਣੇ ਨਾਲ ਮਿਲਾ ਲਵੇ, ਜਿਹੜਾ ਸਾਨੂੰ ਉਹਦੇ ਨਾਲ ਮਿਲਾ ਲਵੇ, ਮੈਂ ਉਹਦੇ ਪੈਰਾਂ ਨੂੰ ਪਕੜਾਂ, ਇਸ ਕੈ ਪਾਏ ਲੱਗਾ, ਬਿੰਦੀ ਲਾ ਕੇ ਮੈਂ ਉਹਦੇ ਚਰਨ ਪਕੜ ਲਵਾਂ, ਜਿਹੜਾ ਚੇਤ ਦੇ ਮਹੀਨੇ ਦੀ ਪ੍ਰਥਾਏ ਸਾਨੂੰ ਪ੍ਰਭੂ ਨਾਲ ਮਿਲਾ ਦੇਵੇ। ਵੈਸਾਖ ਧੀਰਨ ਕਿਉਂ ਵਾਂਢੀਆਂ ਜਿਨ੍ਹਾਂ ਪ੍ਰੇਮ ਵਿਛੋ। ਇਹ ਸ਼ਬਦ ਵਿਸਾਖ ਦੇ ਮਹੀਨੇ 'ਚ ਅਕਸਰ ਵਾਢੀਆਂ ਪੈਂਦੀਆਂ ਨਾ, ਉਹਦੇ ਨਾਲ ਨਹੀਂ ਜੋੜਨਾ। ਵਾਢੀਆਂ ਕਣਕ ਦੀਆਂ ਪਿਆ ਕਰਦੀਆਂ ਸੀ। ਇਹ ਸ਼ਬਦ ਹੈ ਵਾਂਢੀਆਂ, ਉੱਪਰ ਬਿੰਦੀ ਲਾ ਕੇ। ਵਾਂਢੀਆਂ ਹੁੰਦੀਆਂ ਵਿਛੜੀਆਂ ਹੋਈਆਂ, ਜਿਹੜੀਆਂ ਰੱਬ ਤੋਂ ਵਿਛੋੜੀਆਂ ਗਈਆਂ ਹੋਈਆਂ ਪਰਮਾਤਮਾ ਦੁਆਰਾ। ਵਿਸਾਖ ਦੇ ਮਹੀਨੇ 'ਚ ਉਹ ਕਿਵੇਂ ਧੀਰਜ ਧਰਨ, ਉਹਨਾਂ ਦੇ ਅੰਦਰ ਪ੍ਰੇਮ ਦਾ ਵਿਛੋੜਾ ਹੁੰਦਾ, ਕਿਵੇਂ ਧੀਰਜ ਆਵੇ ਉਹਨਾਂ ਨੂੰ। ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ, ਉਹ ਹਰੀ ਸੱਜਣ ਨੂੰ ਛੱਡ ਕੇ ਵਿਸਾਰ ਕੇ ਮਾਇਆ ਦੀ ਧੋ ਲੱਗੀ ਹੋਈ। ਪੁੱਤਰ ਕਲਤਰ ਨਾ ਸੰਗਤ ਨਾ ਹਰ ਅਵਿਨਾਸੀ, ਉਹ ਹਰ ਅਵਿਨਾਸੀ ਹੈ, ਉਹ ਨਾਲ ਜਾਂਦਾ ਹੈ। ਇਹ ਚੀਜ਼ਾਂ ਨਾਲ ਨਹੀਂ ਜਾਣੀਆਂ ਕਿਹੜੀਆਂ? ਪੁੱਤਰ, ਇਸਤਰੀ, ਧਨ,
ਇਹ ਨਾਲ ਨਹੀਂ ਜਾਣੇ ਭਾਈ। ਪਲਚ ਪਲਚ ਸਗਲੀ ਮੂਈ ਤਾਂ ਝੂਠੈ ਧੰਦਾ ਮੋਹ। ਸਭ ਖੁਆਰ ਹੋ ਰਹੀ ਹੈ ਸਾਰੀ ਖਲਕਤ ਝੂਠਿਆਂ ਧੰਦਿਆਂ ਵਿੱਚ, ਮੋਹ ਵਿੱਚ ਪਈ ਹੋਈ, ਕਿਉਂਕਿ ਇਹ ਚੀਜ਼ਾਂ ਨਾਲ ਨਹੀਂ ਜਾਣੀਆਂ। ਪਲਚ ਪਲਚ ਸਗਲੀ ਮੂਈ, ਫਸ ਫਸ ਕੇ, ਜਿਹਦੇ ਵਿੱਚ ਆਪਾਂ ਬਾਰ-ਬਾਰ ਗਲਤਾਨ ਹੋਈਏ ਝੂਠਿਆਂ ਧੰਦਿਆਂ 'ਚ, ਮੋਹ 'ਚ। ਇੱਕ ਸਹਰ ਕੇ ਨਾਮ ਬਿਨ ਅੱਗੇ ਲਈਏ ਖੋ। ਹਰੀ ਦੇ ਨਾਮ ਤੋਂ ਬਿਨਾਂ ਇਹ ਚੀਜ਼ਾਂ ਜਿਹੜੀਆਂ ਬਾਕੀ ਦੀਆਂ ਪੁੱਤਰ ਕਲੱਤਰ ਧਨ, ਇਹ ਸਾਰੀਆਂ ਖੋਲੀਆਂ ਜਾਂਦੀਆਂ, ਮਤਲਬ ਹੈ ਇਹ ਨਾਲ ਨਹੀਂ ਜਾਂਦੀ। ਦਈ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨਾ ਕੋਈ। ਸ਼ਬਦ ਦਈਓ ਬੋਲਿਆ ਜਾਂਦਾ ਅਕਸਰ ਇਹ, ਲੇਕਿਨ ਇਹਨੂੰ ਗੁਰਬਾਣੀ 'ਚ ਸੇਧ ਦਿੱਤੀ ਹੋਈ ਹੈ ਬੋਲਣ ਦੀ। ਦਈ, ਨਿੰਦਕ ਕੋ ਦਈ ਛੋੜੈ ਨਾਹੀਂ, ਉੱਥੇ ਦੱਦਾ ਈੜੀ ਨੂੰ ਬਿਹਾਰੀ ਹੈ। ਇਹ ਇੱਕ ਵਚਨ ਕਰਕੇ ਦਈ ਸ਼ਬਦ ਆਇਆ, ਔਂਕੜ ਲੱਗੀ ਹੋਈ ਹੈ। ਇਹਨੂੰ ਆਪਾਂ, ਇਹਦਾ ਉਚਾਰਨ ਦਈ ਦਾ ਮਤਲਬ ਹੁੰਦਾ ਪਰਮਾਤਮਾ। ਤੋ ਸ਼ਬਦ ਦਈ ਬੋਲੀਏ ਜਾਂ ਜਾਇਆ ਚੰਗਾ, ਵੈਸੇ ਦਈਓ ਕਹਿੰਦੇ ਹਾਂ, ਠੀਕ ਹੈ, ਕਿਸੇ ਨੂੰ ਕਿਆ ਇਤਰਾਜ਼ ਹੈ। ਦਈ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨਾ ਕੋਈ। ਉਸ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਖੁਆਰੀਓ ਖੁਆਰੀ, ਉਹਨੂੰ ਛੱਡ ਕੇ। ਪ੍ਰੀਤਮ ਚਰਨੀ ਜੋ ਲੱਗੇ ਤਿਨ ਕੀ ਨਿਰਮਲ ਸੋਏ। ਜਿਹੜੇ ਪ੍ਰੀਤਮ ਦੇ ਚਰਨਾਂ ਨਾਲ ਜੁੜ ਜਾਂਦੇ ਆ, ਉਹਨਾਂ ਦੀ ਜਿਹੜੀ ਸੋਏ ਹੈ, ਸ਼ੋਭਾ ਹੈ, ਉਹ ਪਵਿੱਤਰ ਹੋ ਜਾਂਦੀ, ਬਹੁਤ ਅੱਛੀ ਹੋ ਜਾਂਦੀ। ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋ। ਪਾਤਸ਼ਾਹ ਪੰਚਮ ਪਾਤਸ਼ਾਹ ਫਰਮਾਨ ਕਰਦੇ हैं ਵੀ ਮੇਰੀ ਇਹ ਬੇਨਤੀ ਹੈ, ਮੈਨੂੰ ਮਿਲ ਜਾਓ, ਮੈਨੂੰ ਪ੍ਰਾਪਤ ਹੋ ਜਾਓ, ਪ੍ਰਤੱਖ ਹੋ ਕੇ ਮੈਨੂੰ ਮਿਲ ਜਾਓ। ਵਾਹਿਗੁਰੂ। ਵੈਸਾਖ ਸੁਹਾਵਾ ਤਾਂ ਲੱਗਿਆ ਜਾਂ ਸੰਤ ਭੇਟੈ, ਭੇਟੈ ਹਰ ਸੁਹਾਵਾ। ਵਿਸਾਖ ਦਾ ਮਹੀਨਾ ਤਾਂ ਚੰਗਾ ਲੱਗਦਾ ਹੈ ਜੇ ਸੰਤ ਭੇਟੈ ਹਰ ਸੋਏ, ਜੇ ਹਰੀ ਸਾਨੂੰ ਸੰਤ ਦਾ ਮਿਲਾਪ ਕਰਾ ਦੇ, ਕਿਉਂਕਿ ਸੰਤ ਨੇ ਹੀ ਅੱਗੇ ਹਰੀ ਨੂੰ ਮਿਲਾਉਣਾ। ਇਹ ਦੋਨੋਂ ਚੀਜ਼ਾਂ ਇੰਟਰਕਨੈਕਟਡ ਨੇ। ਜਾਂ ਸੰਤ ਭੇਟੈ ਹਰ ਸੋਏ, ਉਹੀ ਹਰੀ ਪਰਮਾਤਮਾ ਜੇ ਸਾਨੂੰ ਸੰਤ ਨੂੰ ਮਿਲਾ ਦੇਵੇ, ਕਿਸੇ ਗੁਰੂ ਨੂੰ ਮਿਲਾ ਦੇਵੇ, ਤਾਂ ਵਿਸਾਖ ਦਾ ਮਹੀਨਾ ਬਹੁਤ ਸੁਹਾਵਣਾ ਲੱਗਦਾ। ਹਰ ਜੇਠ ਜੁੜੰਦਾ ਲੋੜੀ ਹੈ, ਜਿਸ ਅੱਗੇ ਸਭ ਨਿਵਾਜ। ਹੁਣ ਜੇਠ ਦੇ ਮਹੀਨੇ ਦੀ ਵਿਚਾਰ ਚੱਲਦੀ ਹੈ, ਠੱਠੇ ਨੂੰ ਸਿਆਰੀ ਹੈ। ਜੇਠ ਦੇ ਮਹੀਨੇ ਵਿੱਚ ਹਰੀ ਨੂੰ ਲੋੜਿਆ ਜਾਂਦਾ ਹੈ, ਉਹਦੇ ਨਾਲ ਜੁੜਨਾ ਲੋੜਦਾ ਬੰਦਾ, ਜਿਸ ਅੱਗੇ ਸਭ ਨਿਵਾਜ। ਸਭ ਉਹਦੇ ਅੱਗੇ ਝੁਕਦੇ ਆ। ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਵਾਰੀ। ਜਿਹੜੇ ਉਹਦੇ ਦਾਮਨ ਨਾਲ ਜੁੜ ਗਏ, ਉਹਦੇ ਪੱਲਾ ਪਕੜ ਲਿਆ ਜਾਂ ਉਹਨੇ ਸਾਡਾ ਪੱਲਾ ਪਕੜ ਲਿਆ, ਉਹਨਾਂ ਨੂੰ ਕੋਈ ਵੀ ਕਿਸੇ ਨੂੰ ਅੱਗੇ ਬੰਨ੍ਹ ਕੇ ਨਹੀਂ ਦਿੰਦਾ। ਕਿਵੇਂ? ਜਿਵੇਂ ਯਮਰਾਜ ਆਉਂਦੇ ਆ ਤਾਂ ਆਪਣਾ ਧਰਮਰਾਜ ਭੇਜਦਾ ਜਮਾਂ ਨੂੰ, ਉਹ ਪਕੜ ਕੇ ਲੈ ਜਾਂਦੇ। ਫਿਰ ਇੱਥੇ ਜਿਹੜੇ ਹਰੀ ਦੇ ਦਾਵਨ ਨਾਲ ਜੁੜ ਗਏ, ਉਹਨਾਂ ਨੂੰ ਉਹ ਪਕੜ ਨਹੀਂ ਸਕਦੇ, ਨਾ ਬੰਨ੍ਹ ਸਕਦੇ। ਮਾਨਕ ਮੋਤੀ ਨਾਮ ਪ੍ਰਭ, ਉਹਨੂੰ ਲੱਗੈ ਨਾਹੀ ਸੰਨ। ਮਾਨਕ ਰੂਬੀ, ਮੋਤੀ, ਪਰਲ, ਇਹ ਪ੍ਰਭੂ ਦਾ ਨਾਮ ਹੈ। ਇਹਨਾਂ ਨੂੰ ਕਦੇ ਵੀ ਸੰਨ ਨਹੀਂ ਲੱਗਦੀ, ਯਾਨੀ ਪਾੜ ਨਹੀਂ ਲੱਗਦਾ। ਚੋਰ ਨਹੀਂ, ਇਹਨਾਂ ਚੋਰ ਚੱਕ ਕੇ ਇਹਨਾਂ ਨੂੰ ਲੁੱਟ ਨਹੀਂ ਸਕਦੇ ਨਾਮ ਨੂੰ। ਬਾਕੀ ਸਭ ਚੀਜ਼ਾਂ ਲੁੱਟੀਆਂ ਜਾਂਦੀਆਂ। ਰੰਗ ਸਭੈ ਨਾਰਾਇਣੈ ਜੇਤੇ ਮਨ ਪਾਵੈ। ਇਹ ਜਿਹੜਾ ਸ਼ਬਦ ਹੈ, ਇਹਦਾ ਇੱਕ ਸਾਨੂੰ ਖਿਆਲ ਆਇਆ। ਬਾਬਾ ਜੀ ਨਸਮਲਪੁਰ ਵਾਲਿਆਂ ਨੂੰ ਇੱਕ ਵਾਰ ਕਿਸੇ ਬੀਬੀ ਨੇ ਸਵਾਲ ਕਰਿਆ ਸੀ ਵੀ ਬਾਬਾ ਜੀ ਬਲਦ ਲੈਣਾ ਹੈ, ਕਿਹੜੇ ਰੰਗ ਦਾ ਲਈਏ? ਦੇਖੋ ਇਹ ਮਨਾਂ 'ਚ ਸਾਡਿਆਂ 'ਚ ਭਰਮ ਹੈ ਵੀ ਕਾਲੇ ਰੰਗ ਦਾ ਲਈਏ ਜਾਂ ਬੱਗਾ ਲਈਏ। ਜੋੜੇ ਹੋਏ ਨੇ ਰੰਗਾਂ ਦੇ ਨਾਲ ਵੀ ਚੰਗਾ ਮੰਦਾ, ਜਿਵੇਂ ਦਿਨਾਂ ਦੇ ਨਾਲ ਚੰਗੀ ਮੰਦੀ ਵਿਚਾਰ ਜੋੜੀ ਜਾਂਦੀ ਹੈ, ਤਿਥਾਂ ਦੇ ਨਾਲ ਜੋੜੀ ਜਾਂਦੀ ਹੈ, ਇਸ ਤਰ੍ਹਾਂ ਰੰਗ ਨਾਲ ਵੀ ਜੋੜੀ ਜਾਂਦੀ ਸੀਗੀ। ਹੁਣ ਵੀ ਕੋਈ ਕਰਦੇ ਹੋਣਗੇ। ਤਾਂ ਸੰਤਾਂ ਨੇ ਇਹ ਜਵਾਬ ਦਿੱਤਾ ਸੀ, ਬੀਬੀ ਰੰਗ ਸਭੇ ਨਾਰਾਇਣ ਜੇਤੇ ਮਨ ਪਾਵੈ। ਭਾਵੇ ਸਾਰੇ ਨਾਰਾਇਣ ਦੇ ਰੰਗ, ਜਿਹੜਾ ਵੀ ਮਨ ਨੂੰ ਭਾਉਂਦਾ ਉਹ ਲੈ ਲਓ। ਰੰਗ ਨਾਲ ਚੰਗਾ ਮੰਦਾ ਕਿਉਂ ਜੋੜਦੇ? ਮਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ, ਉਹ ਸਾਰੀਆਂ ਖੁਸ਼ੀਆਂ ਨਾਰਾਇਣ ਕੋਲ ਹੈ। ਉਹ ਜੋ ਚਾਹੁੰਦਾ ਹੈ ਜੀਵ ਉਸੇ ਤਰ੍ਹਾਂ ਕਰਦੇ ਹੈ। ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰੇ।
ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧਨ। ਜਿਹੜੇ ਪ੍ਰਭੂ ਨੇ ਆਪਣੇ ਬਣਾ ਲਏ ਉਹ ਧਨ ਹੈ। ਸਭ ਤੋਂ ਜ਼ਿਆਦਾ ਇੱਕੋ ਹੀ ਮਹਾਤਮ ਹੈ ਜਿਹੜੇ ਪੁਰਸ਼ ਰੱਬ ਦੇ ਹੋ ਗਏ, ਜਿਨ੍ਹਾਂ ਦੇ ਅੰਦਰ ਉਹ ਪ੍ਰਗਟ ਹੋ ਗਿਆ, ਨਾਮ ਚੱਲ ਪਿਆ। ਬਾਕੀਆਂ ਦੀ ਕੋਈ ਕੀਮਤ ਨਹੀਂ ਹੈ। ਆਪਨ ਲਿਆ ਜੇ ਮਿਲੇ ਵਿਛੜ ਕਿਉਂ ਰੋਵਨ। ਜੇ ਸਾਡੇ ਆਪਣੇ ਘਰੇ ਤੋਂ ਉਹ ਮਿਲਦਾ ਹੁੰਦਾ ਫਿਰ ਅਸੀਂ ਵਿਛੜ ਕੇ ਕਾਹਤੇ ਰੋਂਦੇ। ਇਹ ਆਪਣੇ ਵੱਸ ਦੀ ਗੱਲ ਨਹੀਂ ਹੈ, ਇਹ ਪਰਮਾਤਮਾ ਵੱਲੋਂ ਹੋਣੀ ਹੈ। ਕਿਉਂਕਿ ਸਾਡੇ ਜਿਹੜੇ ਯਤਨ ਹੈ, ਯਤਨ ਤਾਂ ਅਸੀਂ ਕਰਨੇ ਆ, ਪਰ ਮਿਲਾਪ ਉਹਨੇ ਕਰਨਾ ਸਾਡੇ ਨਾਲ ਆ ਕੇ, ਨਾ ਕਿ ਅਸੀਂ ਉਹਦੇ ਨਾਲ ਮਿਲਾਪ ਕਰਨਾ। ਜਿਵੇਂ ਬਾਂਹ ਪਕੜ ਪ੍ਰਿਯ ਸੇਜੈ ਆਨੀ, ਤੋ ਸਾਨੂੰ ਉਹਨੇ ਆਪਣੀ ਬਾਂਹ ਪਕੜ ਕੇ ਆਪਣਾ ਬਣਾਉਣਾ, ਨਾ ਕਿ ਅਸੀਂ ਉਹਦੇ ਬਣ ਸਕਦੇ। ਸਾਡੀ ਕੋਈ ਔਕਾਤ ਨਹੀਂ ਹੈ ਵੀ ਅਸੀਂ ਉਹਨੂੰ ਮਿਲ ਜਾਈਏ। ਜੇ ਇਸ ਤਰ੍ਹਾਂ ਦੀ ਗੱਲ ਹੁੰਦੀ, ਆਪਣ ਲਿਆ ਜੇ ਮਿਲੇ, ਜੇ ਆਪਣਾ ਕਰੇ ਤੋਂ ਹੀ ਮਿਲ ਜਾਂਦਾ ਹੁੰਦਾ ਉਹ, ਫਿਰ ਵਿਛੜ ਕੇ ਕਾਹਤੇ ਰੋਂਦੇ। ਇਹ ਸਾਡੇ ਵੱਸ ਦੀ ਗੱਲ ਨਹੀਂ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਸਾਧੂ ਦੀ ਸੰਗਤ ਜਿਹਨੂੰ ਪ੍ਰਾਪਤ ਹੋ ਜਾਂਦੀ ਹੈ ਉਹੀ ਰੰਗ ਮਾਣਦੇ। ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਾ। ਜੇਠ ਦੇ ਮਹੀਨੇ ਦੀ ਪ੍ਰਥਾਏ ਫਰਮਾਉਂਦੇ ਆ ਬਈ ਉਹ ਧਨੀ ਹੈ, ਉਹ ਰੰਗੀਲਾ ਹੈ, ਖੁਸ਼ੀ ਦੇਣ ਵਾਲਾ ਹੈ, ਜਿਹਦੇ ਭਾਗ ਮੱਥੇ ਤੇ ਹੁੰਦੇ ਆ ਉਹੀ ਉਹਨੂੰ ਪ੍ਰਾਪਤ ਹੁੰਦਾ। ਦੂਜਿਆਂ ਨੂੰ ਉਹ ਮਿਲਦਾ ਹੀ ਨਹੀਂ। ਆ ਕੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਕਿਰਨ ਸੂਰਜ ਨੂੰ ਨਹੀਂ ਮਿਲਦੀ, ਸੂਰਜ ਕਿਰਨ ਨੂੰ ਮਿਲਦਾ। ਪਰਮਾਤਮਾ ਵੱਡਾ ਹੈ, ਸਮਰੱਥ ਹੈ, ਸਰਬ ਸ਼ਕਤੀਮਾਨ ਹੈ, ਉਹ ਸਾਨੂੰ ਆਪਣੇ ਨਾਲ ਮਿਲਾ ਸਕਦਾ। ਸਾਡੀ ਇੱਕ ਜ਼ਰਾ ਹੁੰਦੇ ਹੋਏ ਜਾਂ ਇੱਕ ਤੁਪਕਾ ਪਾਣੀ ਦਾ ਹੁੰਦੇ ਹੋਏ ਸਾਡੀ ਔਕਾਤ ਨਹੀਂ ਹੈ ਵੀ ਅਸੀਂ ਉਹਨੂੰ ਮਿਲ ਸਕੀਏ। ਇਹ ਗੁਰਬਾਣੀ ਦਾ ਮੇਨ ਉਹ ਹੈ, ਪਲੈਂਕ ਹੈ। ਅਕਸਰ ਇਹ ਸਮਝਿਆ ਜਾਂਦਾ ਵੀ ਅਸੀਂ ਜੇ ਕੋਸ਼ਿਸ਼ ਕਰਾਂਗੇ, ਉੱਦਮ ਕਰਾਂਗੇ, ਕੋਈ ਪ੍ਰਾਣਾਯਾਮ ਕਰਾਂਗੇ ਜਾਂ ਕੁਝ ਹੋਰ ਕਰਾਂਗੇ, ਰੱਬ ਨੂੰ ਪ੍ਰਾਪਤ ਕਰ ਲਾਂਗੇ ਕਰਮ ਧਰਮ ਨਾਲ, ਤੀਰਥ ਕਰ ਲਾਂਗੇ ਤਾਂ ਮਿਲ ਜੂਗਾ। ਬਿਲਕੁਲ ਨਹੀਂ। ਇਹ ਸਾਰਾ ਕੁਝ ਹਾਥੀ ਦੀ ਪੈੜ 'ਚ ਸਾਰੀਆਂ ਪੈੜਾਂ, ਜੇ ਉਹ ਚਾਹੂਗਾ ਤਾਂ ਸਾਨੂੰ ਮਿਲ ਸਕਦਾ, ਨਹੀਂ ਤਾਂ ਨਹੀਂ ਮਿਲਦਾ। ਤੋ ਸਾਧ ਸੰਗਤ ਜੀਓ, ਇਹ ਤਾਂ ਅਸੀਂ ਅੱਜ ਦੀ ਵਿਚਾਰ 12 ਮਾਹੇ ਦੀ ਸ਼ੁਰੂ ਕਰੀਏ। ਜਿਹੜੀ ਥੋੜ੍ਹੇ ਜਿਹੇ ਸ਼ਬਦ ਹੋਰ ਪ੍ਰੇਮ ਦੇ ਬਾਰੇ 'ਚ। ਰੂਹਾਨੀਅਤ ਕਿਉਂਕਿ ਪ੍ਰੇਮ ਦਾ ਮਾਰਗ ਹੈ। ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ। ਪਰ ਸਾਧ ਸੰਗਤ ਜੀਓ, ਇਹ ਪ੍ਰੇਮ ਨੂੰ ਸਮਝਣਾ ਜਰਾ ਕੁ ਮੁਸ਼ਕਲ ਹੈ। ਪ੍ਰੇਮ ਕੋਈ ਬੰਦਾ ਆਪਣੇ ਤੌਰ ਪਰ ਨਹੀਂ ਕਰ ਸਕਦਾ। ਪ੍ਰੇਮ ਦੀ ਡੈਫੀਨੇਸ਼ਨ ਦੇਣੀ ਵੀ ਬੜੀ ਮੁਸ਼ਕਲ ਹੈ। ਇਹਨੂੰ ਪਰਿਭਾਸ਼ਿਤ ਕਰਨਾ ਬਹੁਤ ਔਖਾ ਹੈ। ਇਹ ਵਿਸ਼ਾਲ ਹੈ, ਪਰਮਾਤਮਾ ਦੀ ਤਰ੍ਹਾਂ ਹੀ ਉਹਦਾ ਜਿਹੜਾ ਪ੍ਰੇਮ ਹੈ ਉਹ ਵੀ ਵਿਸ਼ਾਲ ਹੈ, ਸਮੁੰਦਰ ਹੈ। ਇਹਨੂੰ ਸਮਝਿਆ ਜਾ ਸਕਦਾ, ਇਹਦੀ ਡੈਫੀਨੇਸ਼ਨ ਨਹੀਂ ਦਿੱਤੀ ਜਾ ਸਕਦੀ। ਇਹ ਅਸੀਮ ਹੈ। ਤੋ ਇਹ 3 ਕਿਸਮ ਦਾ ਪ੍ਰੇਮ ਗਿਣਿਆ ਜਾਂਦਾ ਹੈ। ਫਾਲ ਇਨ ਲਵ, ਬੀਇੰਗ ਇਨ ਲਵ ਐਂਡ ਬੀਇੰਗ ਲਵ। ਥੋੜ੍ਹਾ ਜਿਹਾ ਸਮਝ ਲਈਏ। ਇੱਕ ਤਾਂ ਕਿਸੇ ਦੀ ਸੁਹੱਪਣ ਦੇਖ ਕੇ ਉਹਦੇ ਨਾਲ ਪ੍ਰੇਮ ਹੋ ਜਾਣਾ, ਦੁਨਿਆਵੀ। ਇੱਕ ਪ੍ਰੇਮ ਦੇ ਨਾਲ ਵਿੱਚ ਗੁਜ਼ਰਨਾ, ਉਹਦੇ ਨਾਲ ਪ੍ਰੇਮ ਵਿੱਚ ਰਹਿਣਾ। ਤੀਜਾ ਹੈ ਸਭ ਤੋਂ ਉੱਤਮ ਵੀ ਪ੍ਰੇਮ ਹੀ ਬਣ ਜਾਣਾ। ਜਿਹੜੇ ਸੰਤ ਲੋਕ ਹੈ ਉਹ ਪ੍ਰੇਮ ਦਾ ਮੁਜੱਸਮਾ ਬਣ ਜਾਂਦੇ। ਪਰਮਾਤਮਾ ਖੁਦ ਪ੍ਰੇਮ ਹੈ, ਉਹ ਪ੍ਰੇਮ ਵਿੱਚ ਸਮਾ ਜਾਂਦੇ। ਤੋ ਇਹ 3 ਕਿਸਮ ਦਾ ਪ੍ਰੇਮ ਹੈ। ਫਾਲ ਇਨ ਲਵ, ਬੀਇੰਗ ਇਨ ਲਵ ਐਂਡ ਬੀਇੰਗ ਲਵ। ਬੀਇੰਗ ਲਵ ਸਭ ਤੋਂ ਉੱਚੀ ਸਟੇਜ ਹੈ ਜਿਹੜੀ ਗੁਰਬਾਣੀ 'ਚ ਬਿਆਨ ਕਰੀ ਗਈ। ਇੱਕ ਵਾਰ ਇੱਕ ਰਿਸ਼ੀ ਹੋਏ ਨਾਰਦ। ਇੱਕ ਨਾਰਦ ਤਾਂ ਹੋਰ ਹੋਇਆ ਨਾ, ਜਿਹਨੂੰ ਆਪਾਂ ਕਹਿੰਦੇ ਵੀ ਉਹ ਚੁਗਲਖੋਰ ਸੀ, ਉਹ ਨਹੀਂ। ਰਿਸ਼ੀ ਨਾਰਦ, ਭਗਤ ਨਾਰਦ ਦੀ ਹਿਰਦੈ ਨਾਈ ਕਾਸ਼ ਕੂਸਤਨ ਦੀਨਾ, ਜਿਹਦਾ ਹਵਾਲਾ ਕਬੀਰ ਜੀ ਨੇ ਵੀ ਬਾਣੀ 'ਚ ਦਿੱਤਾ। ਉਹ ਨਾਰਦ ਜੀ ਨੇ ਲਿਖਿਆ ਹੈ ਵੀ ਮੈਂ ਡਿਫਾਈਨ ਤਾਂ ਨਹੀਂ ਕਰ ਸਕਦਾ ਪ੍ਰੇਮ ਨੂੰ, ਪਰ ਮੈਂ ਇੱਕ ਮਿਸਾਲ ਦੇ ਦਿੰਦਾ, ਉੱਥੋਂ ਸਮਝ ਲਿਓ ਵੀ ਪ੍ਰੇਮ ਕਿਆ ਚੀਜ਼ ਹੋ ਸਕਦਾ, ਸਮਝਿਆ ਹੀ ਜਾ ਸਕਦਾ। ਕੋਈ ਪਤਨੀ ਆਪਣੇ ਪਤੀ ਨੂੰ ਕਿਸੇ ਗੈਰ ਦੀਆਂ ਬਾਹਾਂ 'ਚ ਦੇਖ ਲਵੇ ਤਾਂ ਨੋਰਮਲ ਰਿਐਕਸ਼ਨ ਇਹ ਹੋਊਗਾ ਵੀ ਸੈਂਡਲ ਲਾ ਕੇ ਉਹਦੀ ਮੁਰੰਮਤ ਕਰੂ। ਪਰ ਜੇ ਅੰਦਰ ਪ੍ਰੇਮ ਹੋਊਗਾ
ਬੀਇੰਗ ਲਵ ਹੋਊਗੀ, ਉਹ ਇਸ ਤਰ੍ਹਾਂ ਨਹੀਂ ਕਰ ਸਕਦੀ। ਉਹਨੂੰ ਆਪਣੇ ਪਤੀ ਦੀ ਹਰ ਗੱਲ ਚੰਗੀ ਲੱਗੀ, ਉਹ ਉਹਨੂੰ ਜਰ ਲੂਗੀ, ਸਮਝਾ ਬੁਝਾ ਕੇ ਉਹਦੇ ਨਾਲ ਉਹਨੂੰ ਬੁਰਾ ਨਹੀਂ ਕਹੂਗੀ। ਇਹ ਹੈ ਉਹ ਸਟੇਜ। ਤੋ ਇਹ ਰਿਸ਼ੀ ਨਾਰਦ ਨੇ ਇਹਦੀ ਵਿਆਖਿਆ ਕਰੀ ਹੈ। ਪ੍ਰੇਮ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ। ਪ੍ਰੇਮ ਔਰ ਸ਼ਰਧਾ ਇਹ ਦੋਹੇ ਬਹੁਤ ਉੱਚੇ ਸ਼ਬਦ ਨੇ, ਤੇ ਸਤਿਕਾਰ ਔਰ ਸ਼ਰਧਾ ਦੇ ਵਿਚਾਲੇ ਦੀ ਕੜੀ ਹੈ ਜਿਹੜੀ, ਉਹ ਪ੍ਰੇਮ ਹੁੰਦਾ। ਸਤਿਕਾਰ ਆਪਾਂ ਕਰਦੇ ਹਾਂ ਵੱਡਿਆਂ ਦਾ, ਸ਼ਰਧਾ ਕਰਦੇ ਹਾਂ ਬਹੁਤ ਉਸ ਮਨੁੱਖ ਤੇ ਜਿਹੜਾ ਸੰਤ ਰੂਪ ਹੋਵੇ, ਔਰ ਵਿਚਾਲੇ ਦੀ ਕੜੀ ਹੈਗੀ ਪ੍ਰੇਮ। ਪ੍ਰੇਮ ਲਗਭਗ ਸ਼ਰਧਾ ਵਰਗਾ ਹੁੰਦਾ, ਲੇਕਿਨ ਸ਼ਰਧਾ ਤੋਂ ਹੇਠ ਹੁੰਦਾ, ਕਿਉਂਕਿ ਉਹਦਾ ਕੋਈ ਕਾਰਨ ਹੁੰਦਾ। ਉਹ ਕਾਰਨ ਪ੍ਰੇਮ ਦਾ ਜੇ ਸੁਹੱਪਣ ਚਲੀ ਜਾਵੇ ਤਾਂ ਪ੍ਰੇਮ ਵੀ ਖਤਮ ਹੋਣ ਲੱਗ ਜਾਂਦਾ। ਸ਼ਰਧਾ ਇੱਕ ਨਹੀਂ ਕਦੇ ਵੀ ਖਤਮ ਹੁੰਦੀ। ਜਦੋਂ ਕੁਛ ਸਿੰਘ ਗੁਰੂ ਸਾਹਿਬ ਨੂੰ ਬੇਦਾਵਾ ਦੇ ਗਏ ਸ੍ਰੀ ਅਨੰਦਪੁਰ ਸਾਹਿਬ, ਤਾਂ ਉਹਨਾਂ ਦਾ ਪ੍ਰੇਮ ਤਾਂ ਟੁੱਟ ਗਿਆ ਸੀ, ਲੇਕਿਨ ਸ਼ਰਧਾ ਨਹੀਂ ਸੀ ਟੁੱਟੀ। ਕਿਉਂਕਿ ਉਸੇ ਸ਼ਰਧਾ ਦੇ ਤਹਿਤ ਜਦੋਂ ਬੀਬੀਆਂ ਨੇ ਮਿਹਣੇ ਮਾਰੇ, ਤਾਂ ਉਹ ਜਾ ਕੇ ਫਿਰ ਅੱਗੇ ਗੁਰੂ ਸਾਹਿਬ ਦਾ ਸਾਥ ਦੇ ਕੇ 40 ਮੁਕਤਿਆਂ ਦੇ ਤੌਰ ਤੇ ਲੜੇ ਵੀ ਹੈ ਖਿਦਰਾਣੇ ਦੀ ਢਾਬ ਦੇ ਉੱਤੇ। ਤੋ ਪ੍ਰੇਮ ਜਿਹੜਾ ਹੈ ਉਹ ਇੱਕ ਅੱਖ ਤੇ ਅੰਨਾ ਹੁੰਦਾ, ਕਾਣਾ ਕਹਿ ਲਓ ਵੀ ਕਾਣਾ ਹੁੰਦਾ। ਜਿਹੜੀ ਸ਼ਰਧਾ ਹੈ ਉਹ ਦੋਹਾਂ ਅੱਖਾਂ ਤੋਂ ਬਲਾਈਂਡ ਹੁੰਦੀ ਹੈ। ਸ਼ਰਧਾ ਦੇ ਵਿੱਚ ਬੰਦਾ ਜਦ ਇੱਕ ਵਾਰ ਕਿਸੇ ਪਰ ਸ਼ਰਧਾ ਧਾਰ ਲਵੇ, ਉਹ ਫਿਰ ਕੋਈ ਦਲੀਲ ਅਪੀਲ ਨਹੀਂ ਸੁਣਦਾ। ਇਹ ਆਪਾਂ ਨੇ ਅਕਸਰ ਦੇਖਿਆ ਵੀ ਹੈ, ਹੋਰਨਾਂ ਡੇਰਿਆਂ ਦੇ ਵਿੱਚ ਵੀ। ਕਿਸੇ ਬਾਬੇ ਦੇ ਨਾਲ ਬਾਬਾ ਜੇਲ੍ਹ ਚਲੇ ਗਿਆ, ਉਹ ਕਾਤਲ ਵੀ ਉਹਨੂੰ ਕੋਰਟ ਨੇ ਗਰਦਾਨ ਦਿੱਤਾ, ਔਰ ਬਲਾਤਕਾਰੀ ਵੀ, ਸਭ ਉਹਦੇ ਚਿੱਠੇ ਬਾਹਰ ਆ ਗਏ। ਲੇਕਿਨ ਫਿਰ ਵੀ ਜਿਹੜੇ ਉਹਦੇ ਸ਼ਰਧਾਲੂ ਇੰਨੀ ਸ਼ਰਧਾ ਰੱਖ ਰਹੇ ਆ, ਉਸੇ ਤਰ੍ਹਾਂ ਉਹਨੂੰ ਸਤਿਕਾਰ ਦੇ, ਔਰ ਇਹ ਵੀ ਕਹਿ ਰਹੇ ਵੀ ਬਾਬਾ ਜੀ ਸਾਡਾ ਭਾਰ ਆਪਣੇ ਸਿਰ ਪਰ ਲੈ ਕੇ ਤਾਂ ਅੰਦਰ ਗਏ। ਇਹ ਅਕਸਰ ਹੁੰਦਾ ਇਸ ਤਰ੍ਹਾਂ। ਜਿਹੜਾ ਸ਼ਰਧਾ ਜਿਹੜੀ ਇਹ ਬਹੁਤ ਅੰਨੀ ਹੁੰਦੀ ਹੈ। ਜੇ ਤਾਂ ਅੱਗੇ ਗੱਲ ਇਹ ਹੈ ਵੀ ਜਿਹਦੇ ਉੱਪਰ ਆਪਾਂ ਸ਼ਰਧਾ ਕਰੀਏ ਉਹ ਅੰਨਾ ਨਾ ਹੋਵੇ, ਫਿਰ ਤਾਂ ਇਹ ਠੀਕ ਹੈ। ਜੇ ਉਹੀ ਅੰਨਾ ਹੋਵੇ ਤਾਂ ਦੋਹਾਂ ਨੇ ਡੁੱਬ ਜਾਣਾ। ਆਪ ਡੁੱਬੇ ਚੌ ਵੇਦ ਮੇਂ ਚੇਲੇ ਦੀਏ ਬਹਾਏ। ਅੰਨੀ ਸ਼ਰਧਾ ਕਰੋ ਗੁਰੂ ਤੇ, ਗੁਰੂ ਹੋਵੇ ਪੂਰਾ ਜਾਂ ਕੋਈ ਸੰਤ ਪੂਰਾ ਹੋਵੇ। ਜੇ ਉਹ ਪੂਰਾ ਨਹੀਂ ਹੈ ਫਿਰ ਉਹਨੇ ਵੀ ਡੁੱਬਣਾ, ਨਾਲੇ ਸਾਨੂੰ ਡੁਬੋ ਦੇਣਾ। ਤੋ ਇਹ ਅਵਸਥਾ ਹੈ ਮਨ ਦੀ, ਵੀ ਬੰਦਾ ਕਿਵੇਂ ਜੁੜਦਾ ਕਿਸੇ ਨਾਲ। ਪ੍ਰੇਮ ਟੁੱਟ ਸਕਦਾ ਹੈ, ਲੇਕਿਨ ਸ਼ਰਧਾ ਟੁੱਟਦੀ ਕਦੇ ਨਹੀਂ। ਇਸ ਕਰਕੇ ਸਾਧ ਸੰਗਤ ਜੀਓ, ਗੁਰਬਾਣੀ 'ਚ ਫਰਮਾਨ ਹੈ, ਬਿਨ ਗੁਰ ਪ੍ਰੇਮ ਨਾ ਲੱਭਈ, ਜਨ ਵੇਖੋ ਮਨ ਨਿਰਜਾਸ। ਗੁਰੂ ਤੋਂ ਬਿਨਾਂ ਪ੍ਰੇਮ ਮਿਲਦਾ ਹੀ ਨਹੀਂ ਕਿਸੇ ਨੂੰ। ਇਹ ਜਨੋ ਆਪਣੇ ਮਨ ਨਾਲ ਨਿਰਣਾ ਕਰਕੇ ਦੇਖ। ਕੋਈ ਕਹੇ ਵੀ ਮੇਰਾ ਪ੍ਰੇਮ ਹੈ, ਮੈਂ ਬਹੁਤ ਪ੍ਰੇਮ ਕਰਦਾ, ਇਹ ਗਲਤ ਖਿਆਲੀ ਹੈ। ਬੰਦਾ ਪ੍ਰੇਮ ਨਹੀਂ ਕਰ ਸਕਦਾ, ਉਹ ਤਾਂ ਅਸੀਮ ਹੈ, ਰੱਬ ਦਾ ਰੂਪ ਹੈ ਜਿਹੜਾ ਪ੍ਰੇਮ ਹੈ। ਉਹ ਗੁਰੂ ਵੱਲੋਂ ਆਉਂਦਾ ਹੈ, ਪਰਮਾਤਮਾ ਵੱਲੋਂ ਸਾਨੂੰ ਮਿਲਦਾ। ਆਪਾਂ ਆਸਕਤੀ ਕਰ ਸਕਦੇ ਹਾਂ ਕਿਸੇ ਨਾਲ, ਆਸਕਤੀ ਪ੍ਰੇਮ ਦਾ ਹੀ ਰੂਪ ਹੁੰਦਾ, ਲੇਕਿਨ ਹੇਠਲਾ ਰੂਪ ਹੁੰਦਾ। ਪ੍ਰੇਮ ਤਾਂ ਉਹਨਾਂ ਆਲਮਾਂ ਦਾ ਸ਼ਬਦ ਹੈ ਜਿਹੜੇ ਉੱਪਰਲੇ ਆਲਮ ਹੈ, ਆਤਮਿਕ ਮੰਡਲ। ਉਹ ਸ਼ਬਦ ਨੂੰ ਆਪਾਂ ਨੇ ਆਪਣੇ ਨਾਲ ਜੋੜ ਲਿਆ ਤ੍ਰੈ ਗੁਣਾਂ 'ਚ। ਇਸ ਤਰ੍ਹਾਂ ਦੀ ਬਾਤ ਹੈ ਨਹੀਂ। ਗੁਰੂ ਭੇਂਟਾ ਤੋਂ ਬਾਅਦ ਹਿਰਦੇ ਦੇ ਵਿੱਚ ਨਿਰਮਲ ਭਾਵ ਪੈਦਾ ਹੁੰਦਾ, ਔਰ ਇਹ ਜਿਹੜਾ ਨਿਰਮਲ ਭਾਵ ਪੈਦਾ ਹੋ ਜਾਂਦਾ ਅੰਦਰ, ਇਹੀ ਪ੍ਰੇਮ ਦਾ ਜਨਮਦਾਤਾ ਹੈ। ਭੈ ਤੋਂ ਬਿਨਾਂ, ਨਿਰਮਲ ਭਾਵ ਤੋਂ ਬਿਨਾਂ ਪ੍ਰੇਮ ਕਦੇ ਨਹੀਂ ਹੋ ਸਕਦਾ। ਬਿਨ ਭੈ ਕਿਨੈ ਨਾ ਪ੍ਰੇਮ ਪਾਇਆ, ਬਿਨ ਭੈ ਪਾਰ ਨਾ ਉਤਰਿਆ ਕੋਈ। ਬਿਨਾਂ ਭੈ ਤੋਂ, ਨਿਰਮਲ ਭਾਵ ਤੋਂ ਕਿਸੇ ਨੇ ਪ੍ਰੇਮ ਨਹੀਂ ਕਦੇ ਪਾਇਆ, ਔਰ ਬਿਨਾਂ ਭੈ ਤੋਂ ਕੋਈ ਪਾਰ ਵੀ ਨਹੀਂ ਕਦੇ ਉਤਰਿਆ। ਇਹ ਸਾਰੀਆਂ ਜਿਹੜੀਆਂ ਬਾਤਾਂ ਹੈ ਰੂਹਾਨੀ ਮੰਡਲ ਦੀਆਂ, ਗੁਰੂ ਭੇਂਟਾ ਤੋਂ ਬਾਅਦ ਦੀਆਂ। ਜਦ ਹੀ ਪ੍ਰੇਮ ਸ਼ਰਧਾ ਬਣ ਜਾਂਦਾ ਹੈ, ਐਂ ਕਹਿ ਲਓ ਵੀ ਸ਼ਰਧਾ ਦੇ ਵਿੱਚ 99% ਪ੍ਰੇਮ ਹੁੰਦਾ। ਤਾਂ ਪ੍ਰੇਮ ਸ਼ਰਧਾ ਤੋਂ ਥੋੜ੍ਹਾ ਜਿਹਾ ਹੇਠ ਹੈ। ਫਿਰ ਇਹੀ ਪ੍ਰੇਮ ਜਾਂ ਸ਼ਰਧਾ ਆਰੇ ਹੇਠ ਆਪਣਾ ਸੀਸ ਚਰਾ ਦਿੰਦਾ। ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰੀ ਜਾਂਦੀ ਹੈ, ਲੇਕਿਨ ਪ੍ਰੇਮ ਔਰ ਸ਼ਰਧਾ ਨਹੀਂ ਟੁੱਟਦੀ ਕਦੇ ਵੀ। ਭਾਈ ਨੰਦ ਲਾਲ ਜੀ ਨੇ ਇਹਨੂੰ ਇਸ ਤਰ੍ਹਾਂ ਬਿਆਨ ਕਰਿਆ, ਆਸ਼ਕਾਂ ਰਾ ਕੂਏ ਉਹ ਬਾਸ਼ਦ ਲਜ਼ੀਜ਼।
ਆਰਫਾਂ ਰਾ ਸੂਏ ਓ ਬਾਸ਼ਦ ਲਜ਼ੀਜ਼। ਜਿਹੜੇ ਤਾਂ ਉਹਨੇ ਆਰਫ ਪੜ੍ਹੇ ਲਿਖੇ ਉਹ ਤਾਂ ਸਿਰਫ ਉਹਦੇ ਰਸਤੇ ਪਰ ਤੁਰਦੇ ਹੈ, ਪਰ ਜਿਹੜੇ ਉਹਦੇ ਆਸ਼ਕ ਉਹਨੇ ਸੰਤ ਲੋਕ ਉਹ ਉਹਦੀ ਗਲੀ ਵਿੱਚ ਜਾਂਦੇ। ਕੂਏ ਗਲੀ ਨੂੰ ਕਹਿੰਦੇ ਫਾਰਸੀ 'ਚ। ਆਸ਼ਕਾਂ ਰਾ ਕੂਏ ਓ ਬਾਸ਼ਦ ਲਜ਼ੀਜ਼। ਉਹ ਉਹਦੇ ਕੋਲ ਪਹੁੰਚਦੇ ਆ ਚਾਹੇ ਖੋਪਰੀ ਉਤਰ ਜਾਏ। ਆ ਮਤਲਬ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ। ਇਹ ਅਵਸਥਾ ਤੋ 10ਵੇਂ ਪਾਤਸ਼ਾਹ ਜੀ ਦਾ ਜਿਹੜਾ ਇਹ ਵਚਨ ਹੈ ਵੀ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਇਹਦਾ ਭਾਵ ਇਹੀ ਹੈ ਵੀ ਜਿਹਨੂੰ ਉਹਨੇ ਪ੍ਰੇਮ ਬਖਸ਼ ਦਿੱਤਾ, ਉਹਨਾਂ ਨੇ ਪ੍ਰੇਮ ਫਿਰ ਕਰਿਆ, ਪ੍ਰਭੂ ਉਹਨਾਂ ਨਹੀਂ ਪਾਇਆ। ਪ੍ਰੇਮ ਦੇ ਵਿੱਚ ਸਿਰਫ ਦੇਣਾ ਹੁੰਦਾ, ਲੈਣੇ ਦੀ ਉਮੀਦ ਵੀ ਨਹੀਂ ਲਾਈ ਵੀ ਹੁੰਦੀ ਕਦੇ ਵੀ। ਪ੍ਰੇਮ ਵਪਾਰ ਨਹੀਂ ਹੁੰਦਾ ਕਦੇ ਵੀ। ਮਾਂ ਆਪਣੇ ਛੋਟੇ ਜਿਹੇ ਬੱਚੇ ਨੂੰ ਪ੍ਰੇਮ ਬਖਸ਼ਦੀ ਹੈ, ਦਿੰਦੀ ਹੈ, ਉਹ ਤੇ ਕੋਈ ਆਸ ਨਹੀਂ ਜੋੜੀ ਵੀ ਹੁੰਦੀ। ਹਾਲਾਂਕਿ ਬਾਅਦ ਵਿੱਚ ਆਸ਼ਾ ਹੁੰਦੀ ਹੈ ਵੀ ਬੜਾ ਹੋ ਕੇ ਮੇਰੀ ਸੇਵਾ ਕਰੂਗਾ, ਪਰ ਉਸ ਘੜੀ 5-7 ਸਾਲ ਤਾਂ ਬੱਚੇ ਤੋਂ ਕੋਈ ਆਸ ਨਹੀਂ ਹੁੰਦੀ। ਤੋ ਪ੍ਰੇਮ ਉਹ ਐਸੀ ਚੀਜ਼ ਹੈ। ਵੈਸੇ ਜਿਹੜੀ ਮਾਤਾ ਹੈ ਉਹ ਅਕਸਰ ਮੋਹ ਵਿੱਚ ਕਰਦੀ ਹੈ ਇਹ ਕੰਮ। ਮੋਹ ਤ੍ਰੈਗੁਣਾ 'ਚ ਹੁੰਦਾ, ਪ੍ਰੇਮ ਉੱਚੀ ਅਵਸਥਾ 'ਚ ਹੁੰਦਾ। ਤੋ ਜਦੋਂ ਮਾਤਾ ਕਿਸੇ ਬੱਚੇ ਨਾਲ ਮੋਹ ਕਰਦੀ ਹੈ ਉਹ ਪ੍ਰੇਮ ਦਾ ਹੀ ਇੱਕ ਰੂਪ ਹੁੰਦਾ, ਕਿਉਂਕਿ ਉੱਥੇ ਬਹੁਤਾ ਕੋਈ ਲੈਣ ਦੇਣ ਦਾ ਹੁੰਦਾ ਨਹੀਂ ਹੈ, ਵਪਾਰ ਨਹੀਂ ਹੁੰਦਾ ਕਦੇ ਵੀ, ਪਰ ਹੁੰਦਾ ਉਹ ਤ੍ਰੈਗੁਣੀ ਹੈ। ਤੋ ਸਾਧ ਸੰਗਤ ਜੀਓ, ਸੱਚਾ ਪ੍ਰੇਮ ਪਿਆਰ ਗੁਰ ਪੂਰੇ ਤੇ ਪਾਈਏ, ਗੁਰਬਾਣੀ ਦਾ ਫਰਮਾਨ ਹੈ। ਬਿਨਾਂ ਗੁਰੂ ਪੂਰੇ ਤੋਂ ਪ੍ਰੇਮ ਕਿਸੇ ਨੂੰ ਮਿਲ ਹੀ ਨਹੀਂ ਸਕਦਾ। ਮੋਹ ਕਰਦੇ ਆਪਾਂ, ਮੋਹ ਨੂੰ ਹੀ ਪ੍ਰੇਮ ਕਹੀ ਜਾਂਦੇ ਹਾਂ। ਮੋਹ 'ਚ ਸਿਆਣਪ ਹੁੰਦੀ ਹੈ, ਪ੍ਰੇਮ 'ਚ ਵਿਵੇਕ ਹੁੰਦਾ ਹੈ। ਵਿਵੇਕ ਔਰ ਸਿਆਣਪ ਇਹ ਦੋਹੇ ਬਿਲਕੁਲ ਅਲੱਗ-ਅਲੱਗ ਚੀਜ਼ਾਂ, ਹਾਲਾਂਕਿ ਦੋਹਾਂ ਨੂੰ ਗਿਆਨ ਸਮਝਿਆ ਜਾਂਦਾ ਦੁਨੀਆ ਦੇ ਵਿੱਚ। ਗਿਆਨ ਕਾ ਵੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ, ਕੁੰਭੇ ਵੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ। ਇਹ ਜਿਹੜਾ ਗਿਆਨ ਦੀ ਬਾਤ ਆਈ ਹੋਈ ਹੈ ਗੁਰਬਾਣੀ 'ਚ ਬਹੁਤ ਜਗ੍ਹਾ, ਇਹ ਵਿਵੇਕ ਖਾਤਰ ਆਇਆ ਹੋਇਆ ਜ਼ਿਆਦਾਤਰ। ਵਿਵੇਕ ਗੁਰੂ ਤੋਂ ਬਖਸ਼ਿਆ ਜਾਂਦਾ, ਗੁਰੂ ਭੇਟਾ ਤੋਂ ਬਾਅਦ ਵਿੱਚ। ਉਹ ਗਿਆਨ ਜਿਹਦੇ ਵਿੱਚ ਹਉਮੈ ਨਹੀਂ ਹੁੰਦੀ। ਹੁਣ ਕਈ ਲੋਕਾਂ ਨੂੰ, ਕਈ ਭਰਾਵਾਂ ਨੂੰ ਇਹ ਵੀ ਗੱਲ ਚੰਗੀ ਨਹੀਂ ਲੱਗਦੀ ਵੀ ਵਾਰ-ਵਾਰ ਹਉਮੈ ਦੀ ਗੱਲ ਕਰੀ ਜਾਂਦੇ। ਸਾਧ ਸੰਗਤ ਜੀ, ਕੋਈ ਸ਼ਬਦ ਹੈ ਹੀ ਨਹੀਂ ਗੁਰਬਾਣੀ 'ਚ ਜਿਹਦੇ 'ਚ ਹਉਮੈ ਦਾ ਜਾਂ ਮਾਣ ਦਾ ਜਾਂ ਅਭਿਮਾਨ ਦਾ ਜ਼ਿਕਰ ਨਾ ਹੋਵੇ। ਕਿਸੇ ਨਾ ਕਿਸੇ ਰੂਪ 'ਚ ਹੈਗਾ, ਕਿਉਂਕਿ ਸਾਰੀ ਗੱਲ ਹੀ ਅਭਿਮਾਨ ਦੇ ਆਲੇ ਦੁਆਲੇ ਘੁੰਮ ਕੇ ਨਾਮ ਪੈਦਾ ਹੁੰਦਾ। ਜੇ ਮਾਣ ਟੁੱਟੂਗਾ ਤਾਂ ਨਾਮ ਪੈਦਾ ਹੋਊਗਾ। ਮੰਮਾ ਨੰਨੇ ਦਾ ਹੀ ਖੇਡ ਹੈ ਸਾਰੇ ਉਲਟਾਉਣ ਦਾ। ਇਹ ਬੁੱਧੀ ਦੀ ਗੱਲ ਹੈ। ਹੁਣ ਬੁੱਧੀ ਵਾਲਿਆਂ ਨੂੰ ਇਹ ਹਉਮੈ, ਕਿਉਂਕਿ ਅੰਦਰ ਹੈ ਹਉਮੈ, ਇਸ ਕਰਕੇ ਉਹ ਚੰਗੀ ਨਹੀਂ ਲੱਗਦੀ ਵੀ ਹਉਮੈ ਦੀ ਖੇਡ ਹੈ। ਹਾਲਾਂਕਿ ਸਾਰੀ ਬਾਣੀ ਹਉਮੈ ਦੇ ਆਲੇ ਦੁਆਲੇ ਘੁਮਾ ਕੇ ਬੰਦੇ ਨੂੰ ਨਾਮ ਪੈਦਾ ਕਰਾਉਣ ਦੀ ਬਾਤ ਕਹਿ ਰਹੀ ਹੈ। ਚਲੋ ਅਵਸਥਾ ਆਪਣੀ ਆਪਣੀ ਹੈ, ਜਿਹੋ ਜਿਹਾ ਕਿਸੇ ਨੂੰ ਕੋਈ ਬਖਸ਼ਦਾ ਪਰਮਾਤਮਾ, ਉਸ ਤਰ੍ਹਾਂ ਦੀ ਬਾਤ ਹੁੰਦੀ ਹੈ। ਤਾਂ ਚਲੋ ਸਾਧ ਸੰਗਤ ਜੀਓ, ਸਮਾਪਤੀ ਵੱਲ ਵਧੀਏ। ਕੋਈ ਅਪਸ਼ਬਦ ਨਿਕਲਦਾ ਕਈ ਵਾਰੀ। ਔਰ ਇੱਕ ਬਾਤ ਹੋਰ ਖਿਆਲ ਆ ਗਈ, ਉਹ ਵੀ ਕਹਿਣੀ ਹੈ। ਜਿਹੜੀ ਗੱਲ ਦਸ਼ਮੇਸ਼ ਜੀ ਨੂੰ ਬੜਾ ਕਰਨ ਖਾਤਰ ਕਹੀ ਗਈ ਸੀ ਨਾ ਵੀ ਪਟਨੇ ਸਾਹਿਬ ਤੋਂ, ਉਸੇ ਗੰਗਾ ਤੋਂ ਸ੍ਰੀ ਸਾਹਿਬ ਉਠਾਈ ਦਸਵੇਂ ਪਾਤਸ਼ਾਹ ਨੇ, ਭਾਵੇਂ ਕਿ ਉਹਨਾਂ ਦੇ ਦਾਦਾ ਜੀ ਹਰਗੋਬਿੰਦ ਸਾਹਿਬ ਨੇ ਵੀ ਤਾਂ ਪਹਿਲਾਂ ਸ੍ਰੀ ਸਾਹਿਬ ਉਠਾਈ। ਇਹ ਤਾਂ ਇਤਿਹਾਸਕ ਸੱਚ ਹੈ, ਇਹਦੇ 'ਚ ਕੋਈ ਦੋ ਰਾਮਾ ਨਹੀਂ ਹੈ। ਲੇਕਿਨ ਜਦੋਂ ਆਪਾਂ ਕਿਸੇ ਇੱਕ ਦੀ ਵਡਿਆਈ ਕਰਦੇ ਹੁੰਦੇ ਹਾਂ ਤਾਂ ਕਈ ਦਫਾ ਐਂ ਲੱਗਦਾ ਹੁੰਦਾ ਬੁੱਧੀ ਨੂੰ ਵੀ ਦੂਜੇ ਦਾ ਨਿਰਾਦਰ ਹੋ ਰਿਹਾ। ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਹੈ। ਉਹ ਜਿਵੇਂ ਬਾਬਾ ਬੁੱਢਾ ਜੀ ਵੀ ਕੋਲੇ ਸੀਗੇ, ਲਹਿਣਾ ਜੀ ਵੀ ਕੋਲ ਸੀਗੇ ਗੁਰੂ ਨਾਨਕ ਪਾਤਸ਼ਾਹ ਦੇ, ਜਦੋਂ ਮੁਰਦਾ ਖਾਨ ਨੂੰ ਕਿਹਾ ਤਾਂ ਉਹ ਵਾਰਤਾਲਾਪ ਆਪਣੇ ਆਪ ਸਭ ਦੇ ਸਾਹਮਣੇ। ਜੇ ਆਪਾਂ ਉੱਥੇ ਬਾਬਾ ਲਹਿਣਾ ਜੀ ਦੀ ਵਡਿਆਈ ਕਰਦੇ ਹਾਂ ਵੀ ਉਹਨਾਂ ਨੇ ਪੂਰਾ ਹੁਕਮ ਮੰਨਿਆ, ਤਾਂ ਉਹਦੇ ਨਾਲ ਕੋਈ ਬਾਬਾ ਬੁੱਢਾ ਜੀ ਦਾ ਘਟਾਓ ਨਹੀਂ ਬਹੁਤਾ ਹੋ ਜਾਂਦਾ। ਉਹ ਵੀ ਬਹੁਤ ਉੱਚੀ ਅਵਸਥਾ ਹੈ। ਪਰ ਇੱਕ ਗੱਲ ਹੁੰਦੀ ਹੈ, ਕਹਿਣੀ ਹੁੰਦੀ ਹੈ ਉਹ। ਤੋ ਸ੍ਰੀ ਸਾਹਿਬ ਤਾਂ ਭਾਵੇਂ 6ਵੇਂ ਪਾਤਸ਼ਾਹ ਨੇ ਸ਼ੁਰੂ ਕਰੀ ਹੈ ਮੀਰੀ ਪੀਰੀ, ਪਰ ਉੱਥੇ ਉਸ ਕੰਪੈਰੇਟਿਵ ਉਹਦੇ 'ਚ ਗੱਲ ਆਈ ਸੀਗੀ ਵੀ ਜਿਹੜਾ ਬੁੱਧ ਧਰਮ ਨੇ ਕਹਿਤਾ ਸੀ ਨਾ ਵੀ ਅਸ਼ੋਕ ਨੇ ਵੀ ਸਭ ਕੁਝ ਛੱਡ ਦਿਓ, ਨਿਮਰਤਾ ਧਾਰਨ ਕਰੋ, ਅਹਿੰਸਾ ਕਰ ਲਓ, ਉਹ ਕਾਰਨ ਬਣਿਆ ਫਿਰ ਹਿੰਦੁਸਤਾਨ ਦੇ ਉੱਤੇ ਹਮਲਿਆਂ ਦਾ ਬਾਹਰ ਦੇ ਜਰਵਾਣਿਆਂ ਦੁਆਰਾ। ਤੋ 10ਵੇਂ ਪਾਤਸ਼ਾਹ ਨੇ ਫਿਰ ਕਰਿਆ, ਸਾਰਾ ਕੁਝ ਚੱਕ ਕੇ ਦਿਖਾਇਆ। ਉਸ ਸੰਦਰਭ 'ਚ ਗੱਲ ਕਹੀ, ਉਹਦੇ 'ਚ ਕਿਆ ਬੁਰਾਈ ਹੈ? ਜੇ 10ਵੇਂ ਪਾਤਸ਼ਾਹ ਦੀ ਵਡਿਆਈ ਹੋਈ ਹੈ ਤਾਂ ਇਹਦੇ ਨਾਲ ਕਿਸੇ ਹੋਰ ਦੀ ਵਡਿਆਈ ਘੱਟ ਥੋੜ੍ਹੀ ਗਈ ਹੈ।
ਹਾਲਾਂਕਿ ਇਤਿਹਾਸਕ ਸੱਚ ਤਾਂ ਇਹ ਹੈ, ਠੀਕ ਹੈ ਵੀ 6ਵੇਂ ਪਾਤਸ਼ਾਹ ਨੇ ਸ੍ਰੀ ਸਾਹਿਬ ਉਠਾਈ ਹੈ। ਇਹ ਜਿਹੜੇ ਨੇ ਨੁਕਸ ਕੱਢਣਾ ਹੁੰਦਾ ਨਾ ਬੰਦਿਆਂ ਨੇ, ਉਹ ਜਿਵੇਂ ਕੀੜੀ ਨੂੰ ਖੱਡ ਦਿਖਦੀ ਹੈ, ਫੁੱਲ ਨਹੀਂ ਦਿਖਦੇ, ਉਹਨਾਂ ਨੇ ਇਹ ਗੱਲ ਕਰਨੀ ਹੁੰਦੀ। ਸਭ ਨੂੰ ਪਤਾ ਇਸ ਗੱਲ ਦਾ ਤਾਂ ਵੀ 6ਵੇਂ ਪਾਤਸ਼ਾਹ ਨੇ ਸ਼ੁਰੂ ਕਰਿਆ ਮੀਰੀ ਪੀਰੀ ਦਾ ਸਿਧਾਂਤ, ਸ੍ਰੀ ਅਕਾਲ ਤਖਤ ਸਾਹਿਬ ਦੀ ਸਾਜਨਾ, ਕਿੰਨੀ ਵਾਰ ਤਾਂ ਵਿਚਾਰਾਂ ਹੋ ਰਹੀਆਂ। ਚਲੋ ਬੁੱਧੀ ਆਪਣੀ ਆਪਣੀ ਹੈ, ਕਿਸੇ ਨੂੰ ਕਿਵੇਂ ਚੰਗਾ ਲੱਗਦਾ, ਕਿਸੇ ਨੂੰ ਕਿਵੇਂ ਚੰਗਾ ਲੱਗਦਾ। ਉਹਨੇ ਬਣਾਇਆ ਬਈ ਜਹਾਨ ਇਸ ਤਰੀਕੇ ਨਾਲ ਹੈ, ਸਾਰੇ ਇੱਕ ਜਿਹੀ ਸੋਚ ਵਾਲੇ ਹੋ ਹੀ ਨਹੀਂ ਸਕਦੇ। ਫਰਕ ਜ਼ਰੂਰ ਪਊਗਾ। ਸਾਡੀ ਬੁੱਧੀ ਨੂੰ ਤਾਂ 10 ਪਾਤਸ਼ਾਹਾਂ ਦਾ ਜਿਹੜਾ ਜ਼ਿੰਦਗੀ ਜਿਉਣ ਦਾ ਢੰਗ ਹੈ, ਉਹਦੇ ਵਿੱਚ ਵੀ ਫਰਕ ਨਜ਼ਰ ਆਊਗਾ। ਹਾਲਾਂਕਿ ਬਾਹਰੀ ਫਰਕ ਹੁੰਦਾ ਜ਼ਰੂਰ ਹੈ। ਗੁਰੂ ਨਾਨਕ ਸਾਹਿਬ ਨੇ ਖੇਤੀ ਕਰੀ ਹੈ, ਯਾਤਰਾਵਾਂ ਕਰੀਆਂ। ਗੁਰੂ ਅੰਗਦ ਦੇਵ ਜੀ ਬਾਣ ਵੜਦੇ ਹੁੰਦੇ ਸੀ। ਗੁਰੂ ਅਮਰਦਾਸ ਜੀ ਫੇਰੀ ਲਗਾਉਂਦੇ ਹੁੰਦੇ ਸੀ। ਗੁਰੂ ਰਾਮਦਾਸ ਜੀ ਪਹਿਲਾਂ ਜਦੋਂ ਜੇਠਾ ਜੀ ਸੀਗੇ, ਉਹ ਘੁੰਗਣੀਆਂ ਵੇਚਦੇ ਹੁੰਦੇ ਸੀਗੇ। 6ਵੇਂ ਪਾਤਸ਼ਾਹ ਔਰ 10ਵੇਂ ਪਾਤਸ਼ਾਹ ਨੇ ਜੰਗਾਂ ਕਰੀਆਂ। ਤਾਂ ਦੇਖਣ ਨੂੰ ਤਾਂ ਉੱਪਰਲੀ ਬੁੱਧੀ ਨੂੰ ਤਾਂ ਐਂ ਲੱਗਦਾ ਵੀ ਸ਼ਾਇਦ ਇਹ ਅਲੱਗ-ਅਲੱਗ ਚੀਜ਼ਾਂ। ਉਹ ਨਹੀਂ ਭਾਈ, ਇਹ ਤਾਂ ਜ਼ਿੰਦਗੀ ਜੀਉਣ ਦੇ ਢੰਗ ਹੈ। ਜਿਹੜਾ ਅੰਦਰਲਾ ਉਹਨਾਂ ਦਾ ਸਾਰਿਆਂ ਦਾ ਇੱਕੋ ਹੀ ਸੀਗਾ। ਪਰਮਾਤਮਾ ਦਾ ਨਾਮ ਜਪਣਾ, ਉਹਦੇ ਨਾਲ ਇੱਕਮਿਕ ਹੋਣਾ, ਉਹ ਉਹਨਾਂ ਦਾ ਸਭ ਦਾ ਭਗਤਾਂ ਦਾ ਵੀ ਇੱਕੋ ਹੀ ਹੈ। ਦੇਖਣ ਨੂੰ ਉੱਪਰ ਤੋਂ ਲੱਗਦਾ ਹੁੰਦਾ। ਬੁੱਧੀ ਹੈ, ਬੁੱਧੀ ਨੇ ਹੁਣ ਜਿੰਨਾ ਚਿਰ ਇਹ ਸਟਲ ਨਹੀਂ ਹੁੰਦੀ, ਜਿੰਨਾ ਚਿਰ ਬੁੱਧੀ ਮੁਲਾਇਮ ਨਹੀਂ ਹੁੰਦੀ, ਜਾਂ ਇਹ ਕਹੋ ਵੀ ਗੁਰੂ ਸਾਡੀ ਮੈਂ ਨਹੀਂ ਤੋੜਦਾ, ਬੁੱਧੀ ਮੈਂ ਕਰਕੇ ਹੀ ਹੈ, ਇਹ ਵਿਵੇਕ ਨਹੀਂ ਬਣਦਾ। ਇਹਨਾਂ ਗੱਲਾਂ ਦੀ ਸਮਝ ਔਖੀ ਪੈਂਦੀ। ਤਾਂ ਬੁੱਧੀਬਾਜ਼ੀ ਫਿਰ ਕਰਦਾ ਹੀ ਹੈ ਬੰਦਾ। ਚਲੋ ਦਿਓ ਆਗਿਆ, ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।